सतगुरु दी प्यारी साध संगत जी, मेरे वल्लों सारिਆਂ ਨੂੰ राधा स्वामी जी। आज 14 मार्च 2026 ਨੂੰ आज फिर बाबा जी ने क्वेश्चन आंसर ਦੇ ਵਿੱਚ ਆਪਣੀ ਮੌਜ ਬਖਸ਼ੀ ਤੇ ਨਾਲ हुजूर भी मौजूद ਸੀਗੇ ਤੇ ਆਪ ਜੀ ਨੇ ਅੱਜ क्वेश्चन आंसर ਕੰਡਕਟ ਕੀਤੇ। क्वेश्चन आंसर ਤੋਂ ਪਹਿਲਾਂ आज जद थोड़ा जा अलग चीज़ देखने ਨੂੰ मिली ਤੇ ਐਜ਼ ਅ ਡਿਸਾਈਪਲ ਥੋੜਾ ਜਿਹਾ ਮਨ ਉਸ ਤਰੀਕੇ ਦੇ ਨਾਲ ਇਮੋਸ਼ਨਲ ਹੋ ਜਾਂਦਾ ਹੈ, ਲੇਕਿਨ ਆਪਣੇ ਗੁਰੂ ਦੇ ਉੱਤੇ ਤਾਂ ਕੁਝ ਨਹੀਂ ਹੈਗਾ। ਉਹਨਾਂ ਦਾ ਜਿਹੜਾ ਕੁਝ ਵੀ ਉਹ ਡਿਸੀਜਨ ਲੈਂਦੇ ਨੇ ਉਹਨਾਂ ਦੇ ਉੱਤੇ ਹੈ। ਪਹਿਲਾਂ ਵੀ ਜਦ ਬਾਬਾ ਜੀ ਨੇ ਸਟੇਜ ਦੇ ਉੱਤੇ ਆਪਣੀ ਕੁਰਸੀ ਕਰਾਈ ਸੀ ਤਦ ਵੀ ਥੋੜਾ ਜਿਹਾ ਦਿਲ ਇਹੋ ਜਿਹਾ ਹੋਇਆ ਸੀ। ਅੱਜ ਫਿਰ ਜਦ ਬਾਬਾ ਜੀ ਨੇ ਦਰਸ਼ਨਾਂ ਦੇ ਟਾਈਮ ਅੱਜ ਕੀ ਹੋਇਆ, ਦਰਸ਼ਨਾਂ ਦੇ ਟਾਈਮ ਅੱਜ हुजूर जी ਜਿਹੜਾ ਉੱਪਰ ਦੀ ਮੇਨ ਕੁਰਸੀ ਹੁੰਦੀ ਹੈ ਗੱਡੀ ਦੇ ਉੱਪਰ, ਉਹਦੇ ਵਿੱਚ हुजूर जी ਵਿਰਾਜਮਾਨ ਸੀਗੇ ਤੇ ਨੀਚੇ ਡਰਾਈਵਰ ਦੇ ਨਾਲ ਬਾਬਾ ਜੀ ਸੀਗੇ। ਜਦ हुजूर जी ਦਰਸ਼ਨਾਂ ਦੇ ਲਈ ਆਏ ਤਾਂ ਸਾਰੀ ਸੰਗਤ ਦੇਖ ਰਹੀ ਸੀ ਕਿ ਸ਼ਾਇਦ हुजूर जी ਹੀ ਇਕੱਲੇ ਦਰਸ਼ਨ ਦੇ ਲਈ ਆਏ ਹਨ। होता संगत ਨੂੰ ਤਾਂ ਪਤਾ ਹੀ ਨਹੀਂ ਲੱਗਿਆ, ਲੇਕਿਨ ਬਾਅਦ ਚ ਜਦ ਨਜ਼ਰ ਗਈ ਤਾਂ ਬਾਬਾ ਜੀ ਨੀਚੇ ਡਰਾਈਵਰ ਦੇ ਨਾਲ ਬੈਠੇ ਹੋਏ ਸੀ। ਤੇ ਇਹ ਵੀ ਬਾਬਾ ਜੀ ਦੀ ਆਪਣੀ ਮੌਜ ਹੈ। ਮੁਰਸ਼ਿਦ ਆਪਣੇ ਤਰੀਕੇ ਦੇ ਨਾਲ ਚੀਜ਼ਾਂ ਰੱਖਦਾ ਹੈ, ਪਰ ਥੋੜਾ ਜਿਹਾ ਐਜ਼ ਅ ਡਿਸਾਈਪਲ ਹੋ ਜਾਂਦਾ ਹੈ। ਪਰ ਕੋਈ ਨਾ, ਮਾਲਿਕ ਦੀ ਜਿਹੜੀ ਵੀ ਮੌਜ ਹੈ, ਦਰਸ਼ਨ ਮਿਲਣੇ ਚਾਹੀਦੇ ਹਨ, ਭਾਵੇਂ ਕਿਸੇ ਵੀ ਤਰੀਕੇ ਦੇ ਨਾਲ ਮਿਲਣ। ਸਾਡੇ ਲਈ ਤਾਂ ਦੋਨੋਂ ਹੀ, ਭਾਵੇਂ हुजूर जी ਹੋਣ ਭਾਵੇਂ ਬਾਬਾ ਜੀ ਹੋਣ, ਦੋਨੋਂ ਹੀ ਇੱਕੋ ਜਿੱਕੇ ਹਨ, ਇੱਕੋ ਹੀ ਜੋਤ ਹੈ। ਸਾਡੇ ਲਈ ਦੋਨੋਂ ਬਰਾਬਰ ਹਨ, ਦੋਨਾਂ ਦੇ ਦਰਸ਼ਨ ਲਈ ਹੀ ਸਾਡੇ ਲਈ ਬਰਾਬਰ ਹਨ। ਤੇ ਸਾਨੂੰ ਤਾਂ ਬੜੇ ਪਿਆਰ ਦੇ ਨਾਲ ਚੁਸਤ ਤਰੀਕੇ ਦੇ ਨਾਲ ਵੀ ਦਰਸ਼ਨ ਮਿਲਦੇ ਹਨ। ਆਪਾਂ ਤਾਂ ਵਡਭਾਗੀ ਹਨ ਕਿ ਆਪਾਂ ਉਸ ਮੌਕੇ ਦੇ ਜ਼ਰੀਏ ਉਹ ਦਰਸ਼ਨ ਲੈ ਰਹੇ ਹਨ। ਤੇ ਅੱਜ ਦੇ ਜਿਹੜੇ ਕੁਐਸਚਨ ਆਨਸਰ ਉਹ ਤੁਹਾਡੇ ਸਾਹਮਣੇ ਰੱਖਣ ਜਾ ਰਿਹਾ ਹਨ। ਜਿਨ੍ਹਾਂ ਨੇ ਵੀ ਸੁਣਨੇ ਹੈ ਬੜੀ ਖੁਸ਼ੀ ਦੇ ਨਾਲ ਸੁਣ ਸਕਦੇ हैं ਜੀ। ਅੱਜ ਦੇ ਸਾਰੇ ਸਵਾਲਾਂ ਦੇ ਜਵਾਬ ਬਾਬਾ ਜੀ ਨੇ ਹੀ ਦਿੱਤੇ ਹਨ, ਲੇਕਿਨ ਵਿੱਚ ਦੇ ਵਿੱਚ हुजूर जी ਨੇ ਵੀ ਕਈ ਸਵਾਲਾਂ ਦੇ ਜਵਾਬ ਦਿੱਤੇ ਹਨ। ਪਹਿਲਾ ਸਵਾਲ ਕਿਸੇ ਨੇ ਪੁੱਛੇ ਕਿ ਬਾਬਾ ਜੀ ਇਹ ਜਿਹੜਾ ਮੌਕਾ ਦਿੱਤਾ ਹੈ, ਸਭ ਤੋਂ ਪਹਿਲਾਂ ਤੁਹਾਡਾ ਸ਼ੁਕਰ ਹੈ, ਮੈਂ ਤੇ ਲਾਇਕ ਨਹੀਂ ਸੀਗਾ। ਮੇਰੇ ਮਨ ਦੇ ਵਿੱਚ ਤਾਂ ਬਹੁਤ ਸਵਾਲ ਸੀਗੇ, ਬਟ ਆਪ ਜੀ ਨੂੰ ਦੇਖ ਕੇ ਹੁਣ ਮੇਰੇ ਸਵਾਲ ਨਹੀਂ ਰਹਿ ਗਏ। ਇਹ ਤਾਂ ਉਹ ਗੱਲ ਹੋ ਗਈ ਜਿੱਥੇ ਪ੍ਰਕਾਸ਼ ਆ ਜਾਂਦਾ ਹੈ, ਉੱਥੇ ਅੰਧਕਾਰ ਦੀ ਤਾਂ ਕੋਈ ਜਗ੍ਹਾ ਹੀ ਨਹੀਂ ਰਹਿੰਦੀ। ਉਹਨਾਂ ਨੇ ਫਿਰ ਪੁੱਛਿਆ ਕਿ ਬਾਬਾ ਜੀ ਬਸ ਮੈਂ ਤਾਂ ਇਹੀ ਚਾਹੁੰਦਾ ਹਾਂ ਕਿ ਅੰਦਰ ਦਰਸ਼ਨ ਮਿਲ ਜਾਵੇ ਤੇ ਅੰਦਰ ਤੁਹਾਡੇ ਦਰਸ਼ਨ ਮਿਲ ਜਾਣ। ਬਾਬਾ ਜੀ ਨੇ ਕਿਹਾ ਕਿ ਬੇਟਾ ਸੋਚ ਤਾਂ ਸਾਡੀ ਸਹੀ ਹੈ, ਸੋਚ ਤਾਂ ਸਾਡੀ ਚੰਗੀ ਹੈ, ਲੇਕਿਨ ਬੇਟਾ ਇਹਨਾਂ ਨੂੰ ਕਰਨੀ ਦੇ ਵਿੱਚ ਲਾਣਾ ਹੈ। ਬੇਟਾ ਕਰਨੀ ਦੇ ਵਿੱਚ ਲਾਵਾਂਗੇ, ਉਸ ਮਾਲਿਕ ਦੇ ਦਿੱਤੇ ਹੋਏ ਨਾਮ ਦੀ ਕਦਰ ਕਰਾਂਗੇ ਤਾਂ ਬੇਟਾ ਅੱਗੇ ਵਧਾਂਗੇ। ਕਰਨੀ ਦੇ ਵਿੱਚ ਲਾਣਾ ਹੈ ਬੇਟੇ, ਬੋਲਣ ਦੇ ਨਾਲ ਨਹੀਂ ਹੋਣ ਲੱਗਾ। ਅਗਲਾ ਸਵਾਲ ਕਿਸੇ ਨੇ ਪੁੱਛਿਆ ਕਿ ਬਾਬਾ ਜੀ ਮੈਂ ਇੱਕ ਪਾਠੀ ਹਾਂ, ਸ਼ਬਦ ਗਾਉਂਦਾ ਹਾਂ, ਤੇ ਜਦ ਸਾਡੇ ਜਿਹੜੇ ਕੋਆਰਡੀਨੇਟਰ ਹੁੰਦੇ ਹਾਂ, ਸਪੋਰਟ ਸਟਾਫ ਜਿਹੜਾ ਹੁੰਦਾ ਹੈ, ਉੱਥੇ ਸੇਵਾਦਾਰਾਂ ਦਾ ਜਿਹੜਾ ਪਾਠੀ ਸ਼ਬਦ ਕੰਡਕਟ ਕਰਦੇ ਹਨ, ਉਹ ਕਹਿੰਦੇ ਨੇ ਕਿ ਜੇ ਤੁਸੀਂ ਦਿਲ ਦੇ ਨਾਲ ਸ਼ਬਦ ਗਾਓਗੇ ਮਾਲਿਕ ਨੂੰ ਯਾਦ ਕਰਕੇ ਤਾਂ ਬਾਬਾ ਜੀ ਦੀ ਗੱਡੀ ਇੱਥੇ ਆਉਣ ਦੇ ਵਿੱਚ ਦੇਰੀ ਨਹੀਂ ਲੱਗੇਗੀ। ਤਾਂ ਬਾਬਾ ਜੀ ਇਹ ਕੀ ਸਹੀ ਹੈ? ਬਾਬਾ ਜੀ ਨੇ ਕਿਹਾ ਕਿ ਦੇਖੋ ਬੇਟਾ, ਜਿਹੜੀ ਚੀਜ਼ ਵੀ ਆਪਾਂ ਸ਼ਿੱਦਤ ਦੇ ਨਾਲ ਸੱਚੇ ਦਿਲ ਦੇ ਨਾਲ ਕਰਦੇ ਹਾਂ, ਮਾਲਿਕ ਜ਼ਰੂਰ ਪੂਰੀ ਕਰਦਾ ਹੈ, ਲੇਕਿਨ ਬੇਟਾ ਸਾਨੂੰ ਉਸ ਅਵਸਥਾ ਨੂੰ ਬਣਾਉਣਾ ਹੈ। ਉਹ ਦਰਸ਼ਨ ਕੌਣ ਸੇ ਹੈ ਬੇਟਾ? ਜਦ ਆਪਾਂ ਆਪਣੇ ਲੈਵਲ ਨੂੰ ਅਪ ਕਰਦੇ ਹਾਂ, ਜਦ ਆਪਾਂ ਸ਼ਬਦ ਦੇ ਨਾਲ ਜੁੜਦੇ ਹਾਂ, ਤਾਂ ਬੇਟਾ ਉਹ ਦਰਸ਼ਨ ਹੀ ਦਰਸ਼ਨ ਹੈ। ਫਿਰ ਉਹਨਾਂ ਨੇ ਕਿਹਾ ਕਿ ਬਾਬਾ ਜੀ ਤੁਸੀਂ ਫੋਟੋ ਜਿਹੜੇ ਖਿੱਚਦੇ ਹਨ ਉਹਦੇ ਵਿੱਚ ਸਮਾਈਲ ਕਰਦੇ ਹੋ, ਉਹ ਨਹੀਂ ਕਰਦੇ। ਤਾਂ ਬਾਬਾ ਜੀ ਨੇ ਕਿਹਾ ਕਿ ਮੈਂ ਵੈਸੇ ਨਹੀਂ ਕਰਦਾ। ਬਾਬਾ ਜੀ ਨੇ ਕਿਹਾ ਕਿ ਬੇਟਾ ਮੈਂ ਤਾਂ ਜਦ ਸਮਾਈਲ ਕਰਾਂਗਾ ਜਦ ਤੁਸੀਂ ਸਾਰੇ ਭਜਨ ਸਿਮਰਨ ਕਰੋਗੇ। ਭਜਨ ਸਿਮਰਨ ਕਰੋਗੇ ਤਾਂ ਆਪਣੇ ਆਪ ਹੱਸੀ ਆ ਜਾਂਦੀ ਹੈ, ਉਹ ਜ਼ਰੂਰ ਮੁਸਕਾਨ ਆ ਜਾਂਦੀ ਹੈ ਪਿਆਰ ਦੇ ਨਾਲ। ਫਿਰ ਬਾਬਾ ਜੀ ਨੇ ਡਾਕਟਰ ਜੌਨਸਨ ਦੀ ਗੱਲ ਰੱਖੀ। ਆਪਨੇ ਕਿਹਾ ਕਿ ਜਦ ਵੱਡੇ ਮਹਾਰਾਜ ਜੀ ਤੋਂ ਡਾਕਟਰ ਜੌਨਸਨ ਨੇ ਪੁੱਛਿਆ ਕਿ ਇਜ਼ देयर एनी अदर वे टू गेट द लॉर्ड, ਕਿ ਕੋਈ ਹੋਰ ਰਾਸਤਾ ਹੈ ਉਸ ਮਾਲਕ ਨੂੰ ਪਾਉਣ ਦਾ? ਤਾਂ ਵੱਡੇ ਮਹਾਰਾਜ ਜੀ ਨੇ ਕਿਹਾ ਕਿ ਪਿਆਰ। ਤਾਂ ਡਾਕਟਰ ਜੌਨਸਨ ਨੇ ਕਿਹਾ ਕਿ ਫਿਰ ਉਹ ਪਿਆਰ ਕਿੱਥੋਂ ਮਿਲੂਗਾ? ਉਹਨਾਂ ਨੇ ਕਿਹਾ ਕਿ ਗੁਰੂ ਦਿੰਦਾ ਹੈ। ਉਹਨਾਂ ਨੇ ਕਿਹਾ ਕਿ ਮੈਨੂੰ ਵੀ ਦੇ ਦਿਓ। ਤਾਂ ਉਹਨਾਂ ਨੇ ਕਿਹਾ ਕਿ ਇਹਦੇ ਲਈ ਕਰਨੀ ਪੈਂਦੀ ਹੈ। ਜਿਵੇਂ ਤੁਸੀਂ
ਜੌਬ ਤੇ ਜਾਂਦੇ ਹੋ ਤੇ ਏਵਜ ਦੇ ਵਿੱਚ ਤੁਹਾਨੂੰ ਤਨਖਾਹ ਮਿਲਦੀ ਹੈ। ਜਦ ਤੁਸੀਂ ਮੇਰਾ ਕਾਰਜ ਕਰੋਗੇ, ਉਹ ਕਾਰਜ ਕਿਹੜਾ ਹੈ? ਉਹ ਭਜਨ ਸਿਮਰਨ ਹੈ। ਜਦ ਤੁਸੀਂ ਭਜਨ ਸਿਮਰਨ ਕਰੋਗੇ ਤਾਂ ਉਹਦੇ ਏਵਜ ਦੇ ਵਿੱਚ ਉਹ ਸਾਨੂੰ ਪਿਆਰ ਮਿਲਦਾ ਹੈ। ਅਗਲਾ ਸਵਾਲ ਕਿਸੇ ਨੇ ਪੁੱਛਿਆ ਕਿ ਬਾਬਾ ਜੀ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕਿੱਥੇ ਤੋਂ ਸਟਾਰਟ ਕਰਾਂ। ਬਾਬਾ ਜੀ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਬਾਬਾ ਜੀ ਜਿਹੜੀ ਔਰਤ ਆਪਣੇ ਘਰ ਦੇ ਵਿੱਚ ਇਕੱਲੀ ਰਹਿੰਦੀ ਹੈ, ਕਿਸੇ ਦੇ ਉੱਤੇ ਡਿਪੈਂਡੈਂਟ ਰਹਿੰਦੀ ਹੈ, ਤਾਂ ਉਹਨਾਂ ਨੂੰ ਮਦਦ ਦੀ ਲੋੜ ਪੈਂਦੀ ਹੈ। ਉਹਨਾਂ ਨੇ ਥੋੜਾ ਜਿਹਾ ਐਲੈਬੋਰੇਟ ਕਰਕੇ ਪੁੱਛਿਆ ਕਿ ਜਿਹੜੇ ਕਿ ਹੈਲਪ ਕਰਦੇ ਆ ਕਰਮ ਬਾਰੇ ਕੁਝ ਇਹੋ ਜਿਹਾ ਪੁੱਛਿਆ। ਬਾਬਾ ਜੀ ਨੇ ਕਿਹਾ ਕਿ ਬੇਟਾ ਦੇਖੋ, ਸਾਨੂੰ ਮੰਗਣ ਦੀ ਲੋੜ ਨਹੀਂ ਹੈ। ਬਿਨ ਬੋਲੇ ਸਭ ਕੁਝ ਜਾਣਦਾ, ਕਿਜ ਆਗੇ ਕੀਜੇ ਅਰਦਾਸ। ਬੇਟਾ ਦੇਖੋ, ਕਰਮ ਜਿਹੋ ਜਿਹੇ ਵੀ ਆਪਾਂ ਕਰਦੇ ਹਾਂ ਉਹਦੀ ਤਾਂ ਆਪਾਂ ਦੇਣੇ ਪੈਣੇ ਹੈ। ਬੇਟਾ ਉਸ ਮਾਲਿਕ ਦੇ ਉੱਤੇ ਆਪਣੇ ਵਿਸ਼ਵਾਸ ਰੱਖਣਾ ਹੈ ਤੇ ਮਾਲਿਕ ਦੇ ਪਾਣੇ ਦੇ ਵਿੱਚ ਰਹਿਣਾ ਹੈ। ਅਗਲਾ ਸਵਾਲ ਕਿਸੇ ਨੇ ਪੁੱਛਿਆ ਕਿ ਬਾਬਾ ਜੀ ਤੁਹਾਡਾ ਬਹੁਤ ਸ਼ੁਕਰ ਹੈ ਕਿ ਬਾਬਾ ਜੀ ਮੈਂ ਪਹਿਲਾਂ ਬਹੁਤ ਤੁਹਾਡੇ ਕਰਮ ਦੇ ਜ਼ਰੀਏ ਮੈਨੂੰ ਨਾਮਦਾਨ ਮਿਲਿਆ, ਤੁਹਾਡੀ ਬਖਸ਼ੀਸ਼ ਹੋਈ ਕਿ ਮੈਂ ਨਾਮ ਦੇ ਨਾਲ ਜੁੜੀ। ਮੈਂ ਭਜਨ ਵੀ ਬਹੁਤ ਕਰਦੀ ਸੀ, ਸੇਵਾ ਵੀ ਬਹੁਤ ਕੁਝ ਕਰਦੀ ਸੀ, ਲੇਕਿਨ ਬਾਬਾ ਜੀ ਹੁਣ ਮੇਰਾ ਸਾਰਾ ਕੁਝ ਛੁੱਟ ਗਿਆ। ਬਾਬਾ ਜੀ ਮੇਰੇ ਉੱਤੇ ਮਿਹਰ ਕਰੋ। ਬਾਬਾ ਜੀ ਨੇ ਕਿਹਾ ਕਿ ਬੇਟਾ ਮਾਲਿਕ ਕੋਈ ਚੀਜ਼ ਦੇ ਕੇ ਵਾਪਸ ਨਹੀਂ ਲੈਂਦਾ। ਜਿੰਨਾ ਚਿਰ ਬੇਟਾ ਇਹ ਸਭ ਚੀਜ਼ਾਂ ਦਾ ਸਵਾਲ ਹੈ, ਬੇਟਾ ਜ਼ਿੰਦਗੀ ਦੇ ਵਿੱਚ ਅਪਸ ਐਂਡ ਡਾਊਨ ਤਾਂ ਚੱਲਦੇ ਰਹਿੰਦੇ ਹਨ। ਬੇਟਾ ਉਤਾਰ ਚੜਾਵ ਆਉਂਦੇ ਰਹਿੰਦੇ ਹਨ। ਬੇਟਾ ਸਾਨੂੰ ਇਹਨਾਂ ਚੀਜ਼ਾਂ ਦੇ ਬਾਵਜੂਦ ਭਜਨ ਸਿਮਰਨ ਕਰਨਾ ਹੈ। ਮਹਾਰਾਜ ਜੀ ਸਮਝਾਉਂਦੇ ਹੁੰਦੇ ਸੀ, ਮਨ ਲੱਗੇ ਜਾਂ ਨਾ ਲੱਗੇ ਸਾਨੂੰ ਬੈਠਣਾ ਹੈ। ਬੇਟਾ ਆਪਾਂ ਨੂੰ ਆਪਣਾ ਵਕਤ ਦੇਣਾ ਹੈ। ਸਹਾਰਾ ਸਾਨੂੰ ਬੇਟਾ ਉਸ ਮਾਲਿਕ ਦਾ ਹੈ, ਉਹ ਮਾਲਿਕ ਸਾਡਾ ਸਾਥ ਦੇ ਸਕਦਾ ਹੈ। ਫਿਰ ਉਹਨਾਂ ਨੇ ਪੁੱਛਿਆ ਕਿ ਬਾਬਾ ਜੀ ਮੇਰਾ ਜਿਹੜਾ ਬੇਟਾ ਹੈ ਉਹ ਜਿਹੜੇ ਰੀਜਨਲ ਸਤਸੰਗ ਘਰ ਹੈ ਉੱਥੇ ਨਹੀਂ ਜਾਂਦਾ, ਜਿਹੜੇ ਲੋਕਲ ਸਤਸੰਗ ਘਰ ਹੈ ਉਹ ਇੱਥੇ ਬਿਆਸ ਆਉਂਦਾ ਹੈ। ਬਾਬਾ ਜੀ ਨੇ ਕਿਹਾ ਕਿ ਬੇਟਾ ਦੇਖੋ, ਪਰਮਾਰਥ ਦਾ ਜਿਹੜਾ ਰਸਤਾ ਹੈ ਨਾ, ਉਹਦੇ ਉੱਤੇ ਆਪਾਂ ਨੂੰ ਕਿਸੇ ਦੇ ਉੱਤੇ ਪ੍ਰੈਸ਼ਰ ਨਹੀਂ ਪਾਉਣਾ। ਬੇਟਾ ਪਿਆਰ ਦੇ ਵਿੱਚ ਜਿੱਥੇ ਵੀ ਬੱਚੇ ਜਾਂਦੇ ਹਨ ਉਹਨਾਂ ਨੂੰ ਪਿਆਰ ਦੇ ਨਾਲ ਲੈ ਕੇ ਜਾਣਾ ਹੈ, ਪ੍ਰੈਸ਼ਰ ਨਹੀਂ ਪਾਉਣਾ। ਦਬਾਅ ਦੇ ਵਿੱਚ ਆਪਾਂ ਨੇ ਇਹ ਚੀਜ਼ਾਂ ਨੂੰ ਨਹੀਂ ਕਰਨਾ ਹੈ। ਅਗਲਾ ਸਵਾਲ ਕਿਸੇ ਨੇ ਪੁੱਛਿਆ ਕਿ ਬਾਬਾ ਜੀ ਪੜ੍ਹਾਈ ਨਹੀਂ ਹੁੰਦੀ ਹੈ, ਬਾਬਾ ਜੀ ਬਖਸ਼ੀਸ਼ ਕਰੋ। ਬਾਬਾ ਜੀ ਨੇ ਕਿਹਾ ਕਿ ਭਾਈ ਇਹ ਜਿਹੜਾ ਡਿਪਾਰਟਮੈਂਟ ਹੈ ਤਾਂ ਹੁਜੂਰ ਦੇ ਕੋਲ ਹੈ, ਤਾਂ ਹੁਜੂਰ ਤੋਂ ਪੁੱਛੋ। ਤਾਂ ਫਿਰ हुजूर जी ने जवाब दिता कि बेटा मेहनत करो, मालिक मेहनत का जरूर देगा। आज जितने भी पढ़ाई तो लेके सवाल हुए सारे बाबा जी ने हुजूर जी पर ट्रांसफर कर देते। फिर अगला सवाल किसी ने पूछा कि बाबा जी गुस्सा बहुत आंदा है। बाबा जी ने कहा कि बेटा गुस्से दे नाल हासिल की हुंदा है। सब तो पहला सानू ये सोचण दी लोड़ है, बेटा हासिल तो कुछ नहीं हुंदा। जे आपां थोड़ा उस वेले थोड़ा चुप हो जाणगे तां सारा कुछ ठीक हो जाऊगा। एक्शन रिएक्शन एंड बेटा कॉन्सिक्वेंस। फिर उन्होंने पूछा कि बाबा जी किवें मैं इस चीज़ नूं कर सकदा हाँ कंट्रोल। बाबा जी ने कहा कि बेटा फिर शादी करा ले, जदों आवेगी तो तैनूं अपने आप कंट्रोल दे विच लैके आ जाऊगी। सारी संगत उत्ते हसन लग पई। अगला सवाल किसी ने पूछा कि बाबा जी कहा जाता है मेरे दोस्त ने कुछ इहो जी मन्नत मंगी सी, आपां मन्नत मंग लैंदे आ उत्थे, फिर वो 15 साल पहला मन्नत मंगी सी, हुण पूरी हो गई, लेकिन ਉਹਦੇ एवज ਦੇ ਵਿੱਚ ਆਪਾਂ ਕੁਝ ਕਰ ਨਹੀਂ ਸਕੇ, ਤਾਂ ਹੁਣ ਉਹਦੇ ਚੀਜ਼ ਨੂੰ ਲੈ ਕੇ ਸਾਡਾ ਕੁਝ ਵਿਗੜ ਗਿਆ ਸੀ। ਬਾਬਾ ਜੀ ਨੇ ਕਿਹਾ ਕਿ ਬੇਟਾ ਦੇਖੋ, ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਸਾਨੂੰ ਉਸ ਚੀਜ਼ ਦੇ ਨਾਲ ਜੁੜਨਾ ਹੈ ਜਿਹੜੀ ਸਾਨੂੰ ਦੁੱਖ ਨਾ ਦੇਵੇ। ਮਾਲਕ ਕਦੇ ਸਾਨੂੰ ਦੁੱਖ ਨਹੀਂ ਦਿੰਦਾ। ਜਿਹੜੀ ਚੀਜ਼ ਸਾਨੂੰ ਦੁੱਖ ਦਿੰਦੀ ਹੈ ਉਹ ਸਹੀ ਨਹੀਂ ਹੋ ਸਕਦੀ। ਜਿੰਨਾ ਚਿਰ ਬੇਟਾ ਇਹਨਾਂ ਦੀ ਮੰਨਤ ਦਾ ਸਵਾਲ ਹੈ, ਬੇਟਾ ਆਪਾਂ ਰਿਸਪੈਕਟ करके उत्थे जा सकते हैं। जे कोई चीज़ साडी पूरी हो गई है उत्थे जाके आप एक रेवरेंस प्रेजेंट कर सकते हैं। अगला सवाल किसी ने पूछा कि बाबा जी, एक बीबी जी ने पूछा, उन्होंने जिहड़े मदर एंड फादर सीगे वो पास अवे हो चुके से, तो उन्होंने कहा कि बाबा जी मेरा एक भाई है वो कल्ला है, तो हुण उन्हां दी जिम्मेवारी लैनी मैं चाहुंदी हाँ। तो बाबा जी की ठीक है, घर वाले दा कुछ उन्होंने पूछा फैमिली बारे। बाबा जी ने कहा कि देखो बेटा साडी जिम्मेवारी बनती है, भावे साडा विआह भी हो जाए, साडी इधर पासे भी जिम्मेवारी बनती है, उधर पासे भी जिम्मेवारी बनती है, लेकिन बेटा सानू एक तरीके दे नाल लैके चलना है। जरूर आपां दोनों नूं निभा सकते हैं। फिर उन्होंने पूछा कि बाबा जी जिहड़े मेरे हसबैंड हन वो अंडा खांदे हन ते उन्हां दे लई मैनूं अंडा बनाना पैंदा है, तो बाबा जी की इहदे नाल मेरे कर्म बनणगे। बाबा जी ने कहा कि देखो बेटा
ਕਦੇ-ਕਦੇ ਆਪਣੀ ਮਜਬੂਰੀ ਦੇ ਨਾਲ ਸਾਨੂੰ ਇਹ ਸਾਰਾ ਕੁਝ ਕਰਨਾ ਪੈਂਦਾ ਹੈ। ਬੇਟਾ ਤੁਹਾਡੇ ਹਸਬੈਂਡ ਹਨ, ਤੁਹਾਨੂੰ ਆਪਣੀ ਜ਼ਿੰਮੇਵਾਰੀ ਤਾਂ ਨਿਭਾਉਣੀ ਪਊਗੀ, ਪਰ ਫਿਰ ਵੀ ਬੇਟਾ ਤੁਸੀਂ ਘਰ ਦੇ ਵਿੱਚ ਇਹੋ ਜਿਹਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਸਕਦੇ ਹੋ ਕਿ ਉਹ ਇਸ ਤੋਂ ਹਟ ਸਕੇ। ਫਿਰ ਉਹਨਾਂ ਨੇ ਫਿਰ ਪੁੱਛਿਆ ਕਿ ਬਾਬਾ ਜੀ ਕਰਮ ਬਣਨਗੇ? ਬਾਬਾ ਜੀ ਨੇ ਕਿਹਾ ਕਿ ਦੇਖੋ ਬੇਟਾ, ਕਰਮ ਤਾਂ ਜੇ ਆਪਾਂ ਸਾਂਸ ਵੀ ਲੈਂਦੇ ਹਾਂ ਨਾ, ਉਹਦੇ ਵੀ ਬਣਦੇ ਆ, ਲੇਕਿਨ ਫਿਰ ਵੀ ਆਪਾਂ ਮਾਲਕ ਦੇ ਅੱਗੇ ਅਰਦਾਸ ਕਰ ਸਕਦੇ ਹਾਂ, ਉਹ ਸਾਰਾ ਕੁਝ ਠੀਕ ਕਰੂਗਾ। ਅਗਲਾ ਸਵਾਲ ਕਿਸੇ ਨੇ ਪੁੱਛਿਆ ਇੱਕ ਲਾਈਨ ਸਟਾਰਟ ਕਰਕੇ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਬਦ ਦਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ। ਉਹਨਾਂ ਨੇ ਕਿਹਾ ਕਿ ਬਾਬਾ ਜੀ ਤੁਸੀਂ ਫਜ਼ਿਲਕਾ ਆਏ ਸੀ, ਤੁਹਾਡਾ ਬਹੁਤ ਸ਼ੁਕਰ ਹੈ। ਤੇ ਉਹਨਾਂ ਨੇ ਥੋੜਾ ਜਿਹਾ ਇੱਕ MLA ਕੰਟੈਕਸਟ ਤੋਂ ਪੁੱਛਿਆ ਕਿ ਬਾਬਾ ਜੀ ਮੈਂ MLA ਦਾ ਇਲੈਕਸ਼ਨ ਲੜਨਾ ਚਾਹੁੰਦਾ ਹਾਂ। ਬਾਬਾ ਜੀ ਨੇ ਕਿਹਾ ਕਿ ਬੇਟਾ MLA ਦਾ ਇਲੈਕਸ਼ਨ ਲੜ ਕੇ ਕੀ ਹੋ ਜਾਊਗਾ ਬੇਟਾ ਜ਼ਿੰਮੇਵਾਰੀ ਹੈ, ਆਪਾਂ ਜ਼ਿੰਮੇਵਾਰੀ ਇਹ ਸੇਵਾ ਹੈ। ਮੈਂ ਤਾਂ ਪਹਿਲੀ ਵਾਰੀ ਵੇਖ ਰਿਹਾ ਕੋਈ ਪੋਲਿਟਿਕਸ ਦੇ ਜ਼ਰੀਏ ਪਰਮਾਰਥ ਦੇ ਵਿੱਚ ਆਉਣਾ ਚਾਹੁੰਦਾ ਹਾਂ। ਤਾਂ ਉਹਨਾਂ ਨੇ ਕਿਹਾ ਕਿ ਬਾਬਾ ਜੀ ਇੱਕ ਤੁਸੀਂ ਹੋਈਏ, ਇੱਕ ਆਪਾਂ ਹੋਈਏ, ਕੁਝ ਇਹੋ ਜਿਹਾ ਕਰਕੇ ਉਹਨਾਂ ਨੇ ਇੱਕ ਸਲੈਂਗ ਬਣਾਈ। ਬਾਬਾ ਜੀ ਨੇ ਕਿਹਾ ਕਿ ਬੇਟਾ ਇਹ ਜ਼ਿੰਮੇਵਾਰੀ ਹੈ, ਜ਼ਿੰਮੇਵਾਰੀ ਦੇ ਨਾਲ ਚੱਲਣਾ ਹੈ। ਅਗਲਾ ਸਵਾਲ ਕਿਸੇ ਨੇ ਪੁੱਛਿਆ ਕਿ ਬਾਬਾ ਜੀ ਜਦੋਂ ਆਪਾਂ ਸਿਮਰਨ ਕਰਦੇ ਹਾਂ ਤਾਂ ਸਾਡੇ ਮਨ ਦੇ ਵਿੱਚ ਬਹੁਤ ਸਵਾਲ ਚੱਲਦੇ ਹਾਂ, ਬਾਬਾ ਜੀ ਉਸ ਵਕਤ ਕੀ ਕਰੀਏ? ਬਾਬਾ ਜੀ ਨੇ ਕਿਹਾ ਕਿ ਬੇਟਾ ਦੇਖੋ, ਮਨ ਜਿਹੜਾ ਹੈ ਨਾ ਉਹ ਕੋਰੀ ਕਿਤਾਬ ਹੈ ਬੇਟਾ। ਜਿਹੜਾ ਕੁਝ ਵੀ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅਹਿਸਾਸ ਕਰਦੇ ਹਾਂ, ਐਕਸਪੀਰੀਅੰਸ ਕਰਦੇ ਹਾਂ, ਉਹ ਹੀ ਸਾਡੇ ਸਾਹਮਣੇ ਆ ਜਾਂਦਾ ਹੈ ਬੇਟਾ। ਆਪਣੇ ਮਨ ਨੂੰ ਆਪਾਂ ਜਿਸ ਤਰਫ ਵੀ ਚੈਨਲਾਈਜ਼ ਕਰਦੇ ਹਾਂ, ਉਸ ਤਰਫ ਇਹ ਵਧਣਾ ਸ਼ੁਰੂ ਹੋ ਜਾਂਦਾ ਹੈ। ਤਾਂ ਬੇਟਾ ਤਾਂ ਸਾਡੇ ਹੱਥ ਦੇ ਵਿੱਚ ਹੈ। ਅਗਲਾ ਸਵਾਲ ਕਿਸੇ ਮੁੰਡੇ ਨੇ ਪੁੱਛਿਆ ਕਿ ਬਾਬਾ ਜੀ ਮੈਨੂੰ ਨਾਮਦਾਨ ਤਾਂ ਨਹੀਂ ਮਿਲਿਆ ਹੋਇਆ ਹੈ, ਲੇਕਿਨ ਬਾਬਾ ਜੀ ਮੇਰੇ ਜਦ ਮੈਂ ਇਕੱਲਾ ਹੁੰਦਾ ਹਾਂ, ਬੈਠਾ ਰਹਿੰਦਾ ਹਾਂ ਜਾਂ ਲੇਟ ਜਾਂਦਾ ਹਾਂ, ਮੇਰੇ ਕੰਨ ਦੇ ਵਿੱਚ ਨਾ ਇੱਕ ਬੀਪ ਸਾਊਂਡ ਕ੍ਰੀਏਟ ਹੁੰਦੀ ਹੈ, ਕੁਝ ਆਵਾਜ਼ ਜੀ ਆਉਂਦੀ ਹੈ, ਤਾਂ ਮੈਨੂੰ ਸਮਝ ਨਹੀਂ ਆਉਂਦਾ। ਬਾਬਾ ਜੀ ਨੇ ਕਿਹਾ ਕਿ ਬੇਟਾ ਦੇਖੋ, ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਭਾਵੇਂ ਸਾਨੂੰ ਨਾਮਦਾਨ ਮਿਲਿਆ ਹੋਵੇ ਜਾਂ ਨਾ ਮਿਲਿਆ ਹੋਵੇ, ਉਹ ਸ਼ਬਦ ਸਭ ਦੇ ਅੰਦਰ ਹੈ। ਬੇਟਾ ਜੇ ਤੁਹਾਨੂੰ ਉਹ ਚੀਜ਼ ਸੁਣਾਈ ਦੇ ਰਹੀ ਹੈ ਤਾਂ ਆਪਾਂ ਬੜੇ ਆਨੰਦ ਦੇ ਨਾਲ ਬੈਠ ਕੇ ਉਹਨਾਂ ਨੂੰ ਸੁਣ ਸਕਦੇ ਹਾਂ। ਇਸ ਦੇਹੀ ਵਿੱਚ ਨਾਮ ਨਿਧਾਨ ਹੈ, ਪਾਈਏ ਗੁਰ ਕੇ ਹੇਠ। ਕਿ ਬੇਟਾ ਸਾਰਿਆਂ ਦੀ ਦੇਹੀ ਦੇ ਵਿੱਚ ਉਹ ਸ਼ਬਦ ਹੈ, ਸਿਰਫ ਸਾਨੂੰ ਉਸ ਗੁਰੂ ਦੇ ਜ਼ਰੀਏ ਉਹਦੀ ਪਹਿਚਾਨ ਹੁੰਦੀ ਹੈ। ਨਾਮਦਾਨ ਦੇ ਵੇਲੇ ਤਾਂ ਸਿਰਫ ਉਹ ਜੁਗਤੀ ਸਮਝਾਈ ਜਾਂਦੀ ਹੈ, ਲੇਕਿਨ ਉਹ ਸ਼ਬਦ ਤਾਂ 24 ਘੰਟੇ ਸਾਡੇ ਕੰਨਾਂ ਦੇ ਵਿੱਚ ਵੱਜ ਰਿਹਾ ਹੈ। ਅਗਲਾ ਸਵਾਲ ਕਿਸੇ ਨੇ ਪੁੱਛਿਆ ਪੜ੍ਹਾਈ ਦੇ ਕੁਝ ਕਰਕੇ ਸੀਗਾ। ਬਾਬਾ ਜੀ ਨੇ ਕਿਹਾ ਕਿ ਦੇਖੋ ਬੇਟਾ, ਪੜ੍ਹਨ ਵਾਲਾ ਜਿਹੜਾ ਹੁੰਦਾ ਹੈ ਉਹ ਤਾਂ ਕਿਤੇ ਵੀ ਪੜ੍ਹ ਲੈਂਦਾ ਹੈ, ਉਹ ਫਿਰ ਵੱਡੀ ਯੂਨੀਵਰਸਿਟੀ ਛੋਟੀ ਯੂਨੀਵਰਸਿਟੀ ਨਹੀਂ ਦੇਖਦਾ। ਜਿਨ੍ਹਾਂ ਨੇ ਨਹੀਂ ਪੜ੍ਹਨਾ ਉਹ ਤਾਂ ਉਹਨਾਂ ਨੂੰ ਤੁਸੀਂ ਚਾਹੇ ਵਿਦੇਸ਼ ਭੇਜ ਦਿਓ, ਉੱਥੇ ਵੀ ਮੌਜ ਵੇਲਾ ਹੀ ਕਰੂਗਾ। ਫਿਰ ਉਹਨਾਂ ਨੇ ਸ਼ਾਦੀ ਬਾਰੇ ਪੁੱਛਿਆ ਕਿ ਬਾਬਾ ਜੀ ਸ਼ਾਦੀ ਦਾ ਡਿਸੀਜਨ ਬਹੁਤ ਔਖਾ ਹੁੰਦਾ ਹੈ, ਉਹਦੇ ਵਿੱਚ ਕਰੀਏ, ਤੁਸੀਂ ਬੈਰ ਕਰੋ। ਬਾਬਾ ਜੀ ਨੇ ਕਿਹਾ ਕਿ ਬੇਟਾ ਮੈਂ ਤਾਂ ਖੁਦ ਆਪਣੀ ਹੈਲਪ ਨਹੀਂ ਕਰ ਸਕਿਆ ਸੀ। ਜਦ ਮੇਰੇ ਵਿਆਹ ਦਾ ਟਾਈਮ ਸੀ, ਮੇਰੇ ਘਰ ਵਾਲਿਆਂ ਨੇ ਜਿਹੜਾ ਕੁਝ ਮੇਰੇ ਲਈ ਡਿਸੀਜਨ ਲਿੱਤਾ, ਮੈਂ ਉਹ ਡਿਸੀਜਨ ਐਕਸੈਪਟ ਕਰ ਲਿੱਤਾ। ਮੇਰੇ ਬੱਚਿਆਂ ਨੇ ਖੁਦ ਆਪਣੇ ਆਪ ਡਿਸੀਜਨ ਲੈ ਲਿੱਤੇ, ਤਾਂ ਮੈਨੂੰ ਤਾਂ ਮੌਕਾ ਹੀ ਨਹੀਂ ਮਿਲਿਆ ਇਹਦੇ ਵਿੱਚ ਕਰਨ ਦਾ। ਸਾਰੀ ਸੰਗਤ ਉੱਤੇ ਹੱਸਣ ਲੱਗ ਪਈ। ਤਾਂ ਫਿਰ ਉਹਨਾਂ ਮੁੰਡੇ ਨੇ ਕਿਹਾ ਕਿ ਬਾਬਾ ਜੀ ਘਰ ਵਾਲਿਆਂ ਦੇ ਨਾਲ ਜਾਣਾ ਚਾਹੁੰਦਾ ਹਾਂ। ਉਹ ਕਹਿੰਦੇ ਆ, ਬਾਬਾ ਜੀ ਨੇ ਕਿਹਾ ਕਿ ਬੇਟਾ ਜ਼ਰੂਰ, ਕਿਉਂਕਿ ਦੇਖੋ ਮਾਂ-ਬਾਪ ਸਾਡੇ ਤੋਂ ਬਿਹਤਰ ਜਾਣਦੇ ਹਨ। ਜੇ ਆਪਾਂ ਮਾਲਿਕ ਆਪਣੇ ਮਾਂ-ਬਾਪ ਦੇ ਜ਼ਰੀਏ ਉਸ ਚੀਜ਼ ਦੇ ਅੰਦਰ ਜਾਵਾਂਗੇ ਤਾਂ ਬੇਟਾ ਉਹਦੀ ਜ਼ਿੰਮੇਵਾਰੀ ਬਣਨਗੀ। ਅਗਲਾ ਸਵਾਲ ਕਿਸੇ ਨੇ ਪੁੱਛਿਆ ਕਿ ਬਾਬਾ ਜੀ ਮੈਨੂੰ ਕਦੇ ਡੋਲਣ ਨਾ ਦਿਓ, ਮੇਰਾ ਵਿਸ਼ਵਾਸ ਤੇ ਮੇਰੇ ਉੱਤੇ ਮਿਹਰ ਕਰਨਾ। ਤੇ ਇਸ ਕੁਐਸਚਨ ਦੇ ਵਿੱਚ ਥੋੜਾ ਜਿਹਾ ਇਮੋਸ਼ਨਲ ਟੱਚ ਆ ਜਾਂਦਾ ਹੈ, ਕਿਉਂਕਿ ਬਾਬਾ ਜੀ ਹੱਸੀ ਦੇ ਵਿੱਚ ਕੁਝ ਗੱਲਾਂ ਕਰ ਦਿੰਦੇ ਹਨ, ਲੇਕਿਨ ਉਹ ਗਹਿਰੀਆਂ ਹੁੰਦੀਆਂ ਹਨ। ਬਾਬਾ ਜੀ ਨੇ ਕਿਹਾ ਕਿ ਬੇਟਾ ਮੈਂ ਨਹੀਂ ਹੁਣ ਕੁਝ ਕਰਨਾ, ਹੁਣ ਹੁਜੂਰ ਜੀ ਨੇ ਕਰਨਾ ਹੈ। ਮੇਰਾ ਜਿਹੜਾ ਕੋਟਾ ਹੈ ਉਹ ਫੁੱਲ ਹੋ ਗਿਆ ਹੈ, ਕੁਝ ਇਹੋ ਜਿਹਾ ਬਾਬਾ ਜੀ ਨੇ ਕਿਹਾ। ਤਾਂ ਕੁਝ ਇਹ ਸ਼ਬਦ ਜਿਹੜੇ ਹੁੰਦੇ ਹਨ ਤਾਂ ਥੋੜਾ ਜਿਹਾ ਮਤਲਬ ਐਜ਼ ਅ ਡਿਸਾਈਪਲ ਇਟਸ ਟੂ ਹੈਵੀ ਟੂ ਲਿਸਨ, ਬਟ we can't do much in this. It's master's voice and he knows better what is good for us. ਅਗਲਾ ਸਵਾਲ ਕਿਸੇ ਨੇ ਪੁੱਛਿਆ ਕਿ ਬਾਬਾ ਜੀ ਇੱਥੇ ਬਿਆਸ ਦੇ ਵਿੱਚ ਆਪਾਂ ਦੇਖਦੇ ਹਾਂ ਬਹੁਤ ਸਫਾਈ ਰਹਿੰਦੀ ਹੈ, ਲੇਕਿਨ ਬਾਹਰ ਦੇ ਜਿਹੜੇ ਬੰਦੇ ਆ ਉਹ ਉੱਥੇ ਬਹੁਤ ਗੰਦਗੀ ਕਰਦੇ ਆ। ਬਾਬਾ ਜੀ ਨੇ ਕਿਹਾ ਕਿ ਬੇਟਾ ਦੇਖੋ, ਸਾਨੂੰ ਨਾ ਇਹ ਪਰਖ ਤੋਂ ਪਾਰ ਆਣਾ ਹੈ। ਆਪਾਂ ਬੇਟਾ ਕਿਸੇ ਨੂੰ ਜੱਜ ਨਹੀਂ ਕਰਨਾ, ਉਹਨਾਂ ਦਾ ਉਹ ਬਿਹਤਰ ਜਾਣਦੇ ਆ। ਬੇਟਾ ਸਾਡੀ ਸੋਚ ਸਾਡੇ ਤੱਕ ਸੀਮਿਤ ਰਹਿਣੀ ਚਾਹੀਦੀ ਹੈ, ਆਪਾਂ ਕਿਸੇ ਨੂੰ ਇਸ ਤਰੀਕੇ ਦੇ ਨਾਲ ਡਰੈਗ ਨਹੀਂ ਕਰ ਸਕਦੇ। ਫਿਰ ਅੱਗੇ ਕਿਸੇ ਨੇ ਸਵਾਲ ਪੁੱਛਿਆ ਕਿ ਬਾਬਾ ਜੀ ਉਹਨਾਂ ਨੇ ਥੋੜਾ ਜਿਹਾ ਪੁੱਛਿਆ ਉਹਨਾਂ ਦੀ ਭੈਣ ਬਾਰੇ ਕਿ ਉਹ ਦੁਖੀ ਹੈ, ਬਾਬਾ ਜੀ ਤਾਂ ਥੋੜੀ ਮਿਹਰ ਕਰੋ। ਬਾਬਾ ਜੀ ਨੇ ਕਿਹਾ ਕਿ ਬੇਟਾ ਨਾਨਕ ਦੁਖਿਆ ਸਭ ਸੰਸਾਰ। ਬੇਟਾ ਇੱਥੇ ਕੌਣ ਹੈ ਜਿਹੜਾ ਦੁਖੀ ਨਹੀਂ ਹੈ?
ਇੱਥੇ ਪੂਰਾ ਸੰਸਾਰ ਹੀ ਦੁਖੀ ਹੈ। ਬੇਟਾ ਸਾਨੂੰ ਉਸ ਮਾਲਿਕ ਦੇ ਜ਼ਰੀਏ ਕਰਨਾ ਹੈ। ਆਪਾਂ ਪ੍ਰੋਬਲਮ ਦੇ ਵੱਲ ਧਿਆਨ ਰੱਖਾਂਗੇ ਬੇਟਾ, ਪ੍ਰੋਬਲਮ ਵਧੂਗੀ। ਆਪਾਂ ਸੋਲੂਸ਼ਨ ਦੇ ਵੱਲ ਧਿਆਨ ਦੇਵਾਂਗੇ ਬੇਟਾ, ਸੋਲੂਸ਼ਨ ਮਿਲੂਗਾ। ਬੇਟਾ ਸਮਾਧਾਨ ਦੇ ਉੱਤੇ ਧਿਆਨ ਰੱਖੋ, ਸਮਾਧਾਨ ਮਿਲੂਗਾ। ਇਹ ਤੁਹਾਡੇ ਉੱਤੇ ਮੁਨੱਸਰ ਹੈ। ਫਿਰ ਉਹਨਾਂ ਨੇ ਕਿਹਾ ਕਿ ਬਾਬਾ ਜੀ ਮੈਂ ਤਾਂ ਤੁਹਾਡੇ ਉੱਤੇ ਡਿਪੈਂਡੈਂਟ ਆ। ਤਾਂ ਬਾਬਾ ਜੀ ਨੇ ਕਿਹਾ ਕਿ ਬੇਟਾ ਸਾਨੂੰ ਆਪਣੇ ਆਪ ਨੂੰ ਸਟਰੋਂਗ ਬਣਾਉਣਾ ਹੈ। खुद ही को कर बुलंद इतना कि खुदा भी पूछे बता तेरी रजा क्या है। ਕਿ ਬੇਟਾ ਸਾਨੂੰ ਥੋੜਾ ਜਿਹਾ ਸਟਰੋਂਗ ਬਣਨਾ ਹੈ, ਆਪਣੇ ਆਪ ਨੂੰ ਇਸ ਤਰੀਕੇ ਦੇ ਨਾਲ ਬਣਾਉਣਾ ਹੈ ਕਿ ਉਹ ਰੱਬ ਵੀ ਸਾਡੇ ਤੋਂ ਪੁੱਛੇ ਕਿ ਤੇਰੀ ਰਜ਼ਾ ਕਿਆ ਹੈ। ਅਗਲਾ ਸਵਾਲ ਕਿਸੇ ਨੇ ਪੁੱਛਿਆ ਕਿ ਬਾਬਾ ਜੀ ਜਦ ਆਪਾਂ ਸਿਮਰਨ ਕਰਦੇ ਆ, ਥੋੜਾ ਜਿਹਾ ਉਹਨਾਂ ਨੇ ਸਪਿਰਿਚੁਅਲ ਦੇ ਬਾਰੇ ਪੁੱਛਿਆ ਕਿ ਸੂਰਤ। ਬਾਬਾ ਜੀ ਨੇ ਕਿਹਾ ਕਿ ਬੇਟਾ ਸਾਡੀ ਸ਼ੁਰੂਆਤ ਜਿਹੜੀ ਹੈ ਉਹ ਸਿਮਰਨ ਤੋਂ ਹੁੰਦੀ ਹੈ। ਸਿਮਰਨ ਸਾਨੂੰ ਸ਼ੁਰੂਆਤ ਕਰਦਾ ਹੈ, ਫਿਰ ਆਪਾਂ ਭਜਨ ਦੀ ਤਰਫ ਜਾਂਦੇ ਹਾਂ। ਜਦ ਆਪਾਂ ਭਜਨ ਦੀ ਤਰਫ ਜਾਂਦੇ ਹਾਂ ਫਿਰ ਸਾਡੀ ਜਿਹੜੀ ਸੂਰਤ ਹੈ ਉਹਦੇ ਨਾਲ ਜੁੜਦੀ ਹੈ, ਫਿਰ ਆਪਾਂ ਅੱਗੇ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਕਰਦੇ ਹਾਂ। ਅਗਲਾ ਸਵਾਲ ਕਿਸੇ ਨੇ ਪੁੱਛਿਆ ਕਿ ਬਾਬਾ ਜੀ ਆਪਾਂ ਕਿਸੇ ਨੂੰ ਸ਼ਾਦੀ ਦੇ ਲਈ ਪਸੰਦ ਕਰਦੇ ਹਾਂ। ਬਾਬਾ ਜੀ ਨੇ ਕਿਹਾ ਕਿ ਬੇਟਾ ਉਦੋਂ ਤੁਹਾਨੂੰ ਦੇਖਣਾ ਹੈ। ਬਾਬਾ ਜੀ ਨੇ ਕਿਹਾ ਕਿ ਬਾਬਾ ਜੀ ਉਹਨਾਂ ਨੂੰ ਨਾਮਦਾਨ ਦੇਣਾ। ਤਾਂ ਬਾਬਾ ਜੀ ਨੇ ਕਿਹਾ ਕਿ ਤੂੰ ਲੱਭ ਲਈ ਆਪਣੇ ਲਈ, ਕਹਿ ਰਿਹਾ ਹੈ ਕਿ ਉਹਨਾਂ ਨੂੰ ਨਾਮਦਾਨ ਦੇ ਦੇਣਾ। ਸਾਰੀ ਸੰਗਤ ਹੱਸਣ ਲੱਗ ਪਈ। ਤਾਂ ਫਿਰ ਉਹਨਾਂ ਨੇ ਕਿਹਾ ਕਿ ਬਾਬਾ ਜੀ ਮੈਨੂੰ ਸੱਚਖੰਡ ਲੈ ਜਾਣਾ, ਮੈਨੂੰ ਸੱਚਖੰਡ ਜਾਣਾ ਹੈ। ਬਾਬਾ ਜੀ ਨੇ ਕਿਹਾ ਕਿ ਬੇਟਾ ਮੈਂ ਕੋਈ ਟਰੈਵਲ ਏਜੰਟ ਹਾਂ ਇੱਥੇ, ਬੇਟਾ ਕਰਨੀ ਕਰੋਗੇ ਉਸ ਤਰੀਕੇ ਦੇ ਨਾਲ ਪਹੁੰਚੋਗੇ ਤਾਂ ਮਾਲਿਕ ਆਪੇ ਪਿਆਰ ਕਰੂਗਾ। ਅਗਲਾ ਸਵਾਲ ਕਿਸੇ ਨੇ ਪੁੱਛਿਆ ਕਿ ਬਾਬਾ ਜੀ ਰਾਧਾ ਸਵਾਮੀ ਦਾ ਕੀ ਮਤਲਬ ਹੁੰਦਾ ਹੈ। ਤਾਂ ਬਾਬਾ ਜੀ ਨੇ ਕਿਹਾ ਕਿ ਬੇਟਾ ਇਹ ਚੀਜ਼ਾਂ ਸਿੰਬੋਲਿਕ ਹਨ। ਰਾਧਾ ਦਾ ਮਤਲਬ ਹੁੰਦਾ ਹੈ ਬੇਟਾ ਆत्मा, स्वामी का मतलब होता है उस आत्मा का स्वामी। तो बेटा वो मालिक जो है वो हमारा स्वामी है और जो आत्मा है वो राधा की तरफ उसको प्रोजेक्ट किया गया है। फिर किसी ने अगला सवाल पूछा कि बाबा जी जिहड़ी सोच हुंदी है कि सोच दे नाल कर्म बनते हैं। बाबा जी ने कहा कि देखो बेटा सोच दे नाल कर्म तो नहीं बनते, लेकिन बेटा सोच सानू किसी ना एक दिन सानू किसी ना कोई एक्शन करवा देती है। देखो अज सोच है, ਜਦੋਂ ਸੋਚ ਹਾਵੀ ਹੋ ਜਾਵੇਗੀ ਕਿਸੇ ਨਾ ਕਿਸੇ ਦਿਨ ਆਪਾਂ ਕਦਮ ਚੁੱਕਾਂਗੇ ਫਿਰ ਉਹਦਾ ਰਿਐਕਸ਼ਨ ਹੋਊਗਾ, ਫਿਰ ਆਪਾਂ ਨੂੰ ਕਨਸੀਕੁਐਂਸ ਕਰਨੇ ਪਊਗੇ। ਤਾਂ ਇਸ ਤਰੀਕੇ ਦੇ ਨਾਲ ਮਹਾਰਾਜ ਜੀ ਕਹਿੰਦੇ ਹੁੰਦੇ ਸੀ ਕਿ ਆਪਣੇ ਮਨ ਦੇ ਵਿੱਚ ਸੋਚ ਵੀ ਨਾ ਬੈਠਣ ਦਿਓ, ਆਪਣੇ ਆਪ ਨੂੰ ਇੰਨਾ ਸਟਰੋਂਗ ਬਣਾਓ ਕਿ ਸੋਚ ਵੀ ਨਾ ਆਵੇ। ਅਗਲਾ ਸਵਾਲ ਕਿਸੇ ਨੇ ਪੁੱਛਿਆ ਕਿ ਬਾਬਾ ਜੀ ਜਦ ਕਿਸੇ ਦੇ ਕਰੀਬੀ ਦੀ ਮੌਤ ਹੋ ਜਾਂਦੀ ਹੈ ਉਸ ਵਕਤ ਬਾਬਾ ਜੀ ਇਤਨਾ ਦੁੱਖ ਕਿਉਂ ਹੁੰਦਾ ਹੈ, ਇੰਨਾ ਸਾਰਾ ਕੁਝ ਪਤਾ ਹੋਣ ਤੋਂ ਬਾਵਜੂਦ ਵੀ। बाबा जी ने कहा कि देखो बेटा इंसान कोई करीबी जाता है बेटा अटैचमेंट तो रहिंदी है, कोई करीबी जाता है एकदम तो बेटा सारियां चीज़ां नहीं हुंदी, लेकिन बेटा सानू इस तो अगे वधना है। बेटा ये दुनिया दा रीत है, थोड़े दिनों के लिए तो बेटा ये हुंदा ही है। फिर किसी ने बाबा जी तो पूछा कि बाबा जी मैनू जज बनना है, तो उन्हें डायरैक्ट ही हुजूर जी तो सवाल कर लिता। तो बाबा जी ने कहा कि ਹੁਣ ਡਾਇਰੈਕਟ ਹੀ ਹਜ਼ੂਰ ਕੋਲ ਪਹੁੰਚ ਗਏ। ਮੈਂ ਇੱਕ ਵਾਰੀ ਕੀ ਕਹਿ ਦਿੱਤਾ ਕਿ ਪੜ੍ਹਾਈ ਦਾ ਸਾਰਾ ਡਿਪਾਰਟਮੈਂਟ ਹਜ਼ੂਰ ਜੀ ਕੋਲ, ਤੁਸੀਂ ਡਾਇਰੈਕਟ ਹੀ ਪਹੁੰਚ ਗਏ। ਸਾਰੀ ਸੰਗਤ ਹੱਸਣ ਲੱਗ ਪਈ। ਬਾਬਾ ਜੀ ਨੇ ਕਿਹਾ ਕਿ ਹੁਣ ਮੈਂ ਸਮਝ ਗਿਆ, ਹੁਣ ਤੁਸੀਂ ਸਮਝ ਗਏ ਕਿ ਬਾਬਾ ਨੇ ਕੁਝ ਨਹੀਂ ਕਰਨਾ, ਉੱਥੇ ਜਾਣਾ ਹੈ। ਫਿਰ ਹਜ਼ੂਰ ਜੀ ਨੇ ਕਿਹਾ ਕਿ ਬੇਟਾ ਮਿਹਨਤ ਕਰੋ, ਮਿਹਨਤ ਦੀ ਪਰਖ ਮਾਲਿਕ ਜ਼ਰੂਰ ਕਰਦਾ ਹੈ, ਤਾਂ ਮਿਹਨਤ ਕਰੋਗੇ ਤਾਂ ਬੇਟਾ ਜ਼ਰੂਰ ਮਾਲਿਕ ਬਖਸ਼ਿਸ਼ ਕਰੂਗਾ। ਤਾਂ ਇਹ ਸੀਗੇ ਕੁਝ ਕੁਐਸਚਨ ਆਨਸਰ, ਉਹਨਾਂ ਦੀ ਸਮਰੀ ਮੈਂ ਤੁਹਾਡੇ ਸਾਹਮਣੇ ਰੱਖੀ ਹੈ। ਆਪਾਂ ਇਹਨਾਂ ਤੋਂ ਪ੍ਰੇਰਣਾ ਲੈ ਸਕਦੇ ਹਾਂ ਜੀ। ਇੱਕ ਬੇਨਤੀ ਹੈ ਕਿ ਦੇਖੋ ਜੀ ਮਾਲਿਕ ਹੱਸੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਕਹਿ ਦਿੰਦੇ ਹਨ, ਲੇਕਿਨ ਇਹ ਸਿਰਫ ਸੁਣਨ ਵਾਲੀਆਂ ਗੱਲਾਂ ਨਹੀਂ ਹਨ। ਮਾਲਿਕ ਦੀ ਹੁਣ ਬਹੁਤ ਬਖਸ਼ਿਸ਼ ਸਾਡੇ ਉੱਤੇ ਹੋ ਰਹੀ ਹੈ ਕਿ ਸਾਨੂੰ ਮਾਲਿਕ ਦਰਸ਼ਨ ਦੇ ਰਿਹਾ ਹੈ। ਸਾਨੂੰ ਕਦਰ ਕਰਦੇ ਹੋਏ ਆਪਣੇ ਭਜਨ ਸਿਮਰਨ ਦੇ ਵਿੱਚ ਲੱਗਣਾ ਹੈ। ਦੇਖੋ ਬਾਬਾ ਜੀ ਦੀ ਹੱਸੀ ਆਪਾਂ ਚਾਹੁੰਦੇ ਹਾਂ ਤਾਂ ਭਾਈ ਉਸ ਭਜਨ ਸਿਮਰਨ ਦੇ ਵਿੱਚ ਹੀ ਉਹ ਹੱਸੀ ਮਿਲ ਸਕਦੀ ਹੈ, ਨਹੀਂ ਤਾਂ ਜਿਹੜੀਆਂ ਚੀਜ਼ਾਂ ਹਨ ਇਹ ਤਾਂ ਭਾਈ ਚੱਲਦੀ ਰਹੂਗੀ। ਰਾਧਾ ਸਵਾਮੀ ਜੀ।